all are well. ਆਪਣੀ ਪਿਛਲੀ ਜਿਹੜੀ ਲੈਸਨ ਸੀ, ਪਿਛਲੀ ਵੀਡੀਓ ਦੇ ਵਿੱਚ ਆਪਾਂ ਕੰਜੰਕਸ਼ਨਸ ਦਾ ਟੌਪਿਕ ਸ਼ੁਰੂ ਕੀਤਾ ਸੀ ਔਰ ਕੰਜੰਕਸ਼ਨ ਦੇ ਵਿੱਚ ਆਪਾਂ ਇਹ ਕੀਤਾ ਹੈਗਾ ਕਿ ਜੋ ਕੰਜੰਕਸ਼ਨ ਹੈ that is a word to join two words, to phrases or to clauses or even to sentences. ਤਾਂ ਇਹਨੂੰ ਅਸੀਂ ਸਿੰਪਲ ਜੀ ਲੈਂਗੁਏਜ ਦੇ ਵਿੱਚ ਜੁਆਇਨਿੰਗ ਵਰਡ ਕਹਿ ਲੈਂਦੇ ਹਾਂ ਕਿ a word that joins, right? ਤੇ ਜਦੋਂ ਇਹਦੀਆਂ ਟਾਈਪਸ ਕੀਤੀਆਂ ਤਾਂ ਪਿਛਲੇ ਲੈਸਨ ਦੇ ਵਿੱਚ ਆਪਾਂ ਕੋਆਰਡੀਨੇਟਿੰਗ ਕੰਜੰਕਸ਼ਨ, ਕੋਰਿਲੇਟਿਵ ਕੰਜੰਕਸ਼ਨ ਇਹ ਆਪਾਂ ਕਰ ਚੁੱਕੇ ਹਾਂ, ਰਾਈਟ। ਕੋਰਿਲੇਟਿਵ ਉਹ ਹੁੰਦੀਆਂ ਨੇ ਜਿਹੜੀਆਂ ਪੇਅਰਸ ਦੇ ਵਿੱਚ ਆਉਂਦੀਆਂ ਨੇਗੀਆਂ ਔਰ ਕੋਆਰਡੀਨੇਟਿੰਗ ਕੰਜੰਕਸ਼ਨਸ ਸਿੰਪਲੀ ਆਪਾਂ ਇੱਕ ਐਕਰੋਨਿਮ ਕੀਤਾ ਸੀਗਾ ਫੈਨ ਬੋਇਜ਼, ਇਹ 'ਚ ਕੰਪਲੀਟ ਹੋ ਜਾਂਦੀਆਂ ਨੇ। ਆਪਣਾ ਅੱਜ ਦਾ ਟੌਪਿਕ ਹੈ ਸਬਆਰਡੀਨੇਟ ਕੰਜੰਕਸ਼ਨਸ। ਤਾਂ ਆਪਾਂ ਅੱਜ ਇਸ ਚੀਜ਼ ਦੇ ਉੱਪਰ ਕੰਸੈਂਟਰੇਟ ਕਰਨਾ ਹੈਗਾ ਕਿ ਸਬਆਰਡੀਨੇਟ ਕੰਜੰਕਸ਼ਨਸ ਕੀ ਨੇ। ਸੋ ਲੈਟ ਅਸ ਸਟਾਰਟ ਵਿਦ ਟੁਡੇਜ਼ ਲੈਸਨ, subordinate conjunction। ਤਾਂ subordinate conjunction ਨੂੰ ਅੰਡਰਸਟੈਂਡ ਕਰਨ ਦੇ ਲਈ ਪਹਿਲਾਂ ਸਾਨੂੰ ਕਲੌਜ਼ਸ ਦੇ ਬਾਰੇ 'ਚ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਹੈ। ਕਲੌਜ਼ਸ ਦੇ ਉੱਪਰ ਡਿਟੇਲਡ ਲੈਸਨ ਬਾਅਦ ਦੇ ਵਿੱਚ ਹੋਏਗਾ। 100% ਆਈ ਵਿਲ ਹੈਵ ਅ ਲੈਸਨ ਔਨ subordinate clause ਔਨ ਦਾ ਕਲੌਜ਼ਸ। ਤਾਂ subordinate clause ਦੇ ਬਾਰੇ ਆਪਾਂ ਥੋੜ੍ਹਾ ਜਿਹਾ ਜਾਣਦੇ ਆਂਗੇ ਕਿ ਜਿਹੜਾ ਸੈਂਟੈਂਸ ਹੈਗਾ, ਤਾਂ ਜਿਹੜਾ ਕੰਪਲੈਕਸ ਸੈਂਟੈਂਸ ਆਉਂਦਾ ਹੈਗਾ, ਕਿਉਂਕਿ ਸੈਂਟੈਂਸ ਦੀਆਂ ਟਾਈਪਸ ਨੇਗੀਆਂ ਸਿੰਪਲ, ਜਿਹਦੇ ਵਿੱਚ ਸਾਡੇ ਕੋਲ ਇੱਕ ਸਬਜੈਕਟ ਤੇ ਵਰਬ ਹੁੰਦਾ ਹੈਗਾ, ਕੰਪਾਊਂਡ, ਔਰ ਤੀਸਰਾ ਆਉਂਦਾ ਕੰਪਾਊਂਡ ਦੇ ਵਿੱਚ ਵੀ ਹੈਵ ਸਬਜੈਕਟ ਵਰਬ, ਦੈਨ ਵੀ ਹੈਵ ਅ ਕੰਜੰਕਸ਼ਨ। ਇਹਦੇ ਵਿੱਚ ਜਿਹੜੀ ਕੰਜੰਕਸ਼ਨ ਆਉਂਦੀ ਹੈ ਉਹ ਕੋਆਰਡੀਨੇਟਿੰਗ ਕੰਜੰਕਸ਼ਨ ਹੋਏਗੀ, ਫੈਨ ਬੋਇਜ਼ ਵਾਲੀ ਕੰਜੰਕਸ਼ਨ। ਉਸ ਤੋਂ ਬਾਅਦ ਫਿਰ ਸਬਜੈਕਟ ਐਂਡ ਵਰਬ, ਮਤਲਬ ਕਿ ਇਹ ਦੋ ਕਲੌਜ਼ਸ ਹੁੰਦੀਆਂ ਨੇ ਬਟ ਦੋਵੇਂ ਇੰਡੀਪੈਂਡੈਂਟ ਕਲੌਜ਼ਸ ਨੇ। ਥਰਡ ਜਿਹੜਾ ਕੰਪਲੈਕਸ ਸੈਂਟੈਂਸ ਆਉਂਦਾ ਹੈਗਾ, ਕੰਪਲੈਕਸ ਸੈਂਟੈਂਸ ਦੇ ਵਿੱਚ ਇੱਕ ਮੇਨ ਕਲੌਜ਼ ਹੁੰਦੀ ਹੈਗੀ ਔਰ ਇੱਕ ਹੁੰਦੀ ਹੈਗੀ ਸਬਆਰਡੀਨੇਟ ਕਲੌਜ਼। ਹੁਣ ਇੱਥੋਂ ਹੀ ਆਪਣਾ ਟੌਪਿਕ ਸ਼ੁਰੂ ਹੁੰਦਾ ਹੈਗਾ ਸਬਆਰਡੀਨੇਟ ਦਾ। ਤਾਂ ਮੇਨ ਕਲੌਜ਼ ਕੀ ਹੁੰਦੀ ਹੈ? ਇੰਡੀਪੈਂਡੈਂਟ। ਤਾਂ ਇਹਦਾ ਆਪਣੇ ਆਪ ਦੇ ਵਿੱਚ ਮੀਨਿੰਗ ਕਲੀਅਰ ਹੈ, ਬਟ ਸਬਆਰਡੀਨੇਟ ਕਲੌਜ਼ ਜਿਹੜੀ ਹੈ ਇਹਨੂੰ ਆਪਣਾ ਮੀਨਿੰਗ ਕਲੀਅਰ ਕਰਨ ਦੇ ਲਈ ਜਾਂ ਇਹਨੂੰ ਕੰਪਲੀਟ ਹੋਣ ਦੇ ਲਈ ਇੰਡੀਪੈਂਡੈਂਟ ਕਲੌਜ਼ ਦਾ ਸਹਾਰਾ ਲੈਣਾ ਪੈਂਦਾ ਹੈਗਾ। ਇਸ ਲਈ ਡਿਪੈਂਡੈਂਟ ਕਲੌਜ਼ ਹੋਣ ਕਰਕੇ ਹੀ ਇਹਨੂੰ ਸਬਆਰਡੀਨੇਟ ਕਲੌਜ਼ ਕਿਹਾ ਜਾਂਦਾ ਹੈਗਾ। ਪੰਜਾਬੀ 'ਚ ਗੱਲ ਕਰੀਏ ਤਾਂ ਇਹਨੂੰ ਅਧੀਨ ਵਾਕ ਕਿਹਾ ਜਾਂਦਾ ਹੈਗਾ। ਪਰ ਅਧੀਨ ਵਾਕ ਵੀ ਲਿਖਿਆ ਹੁੰਦਾ, ਅਧੀਨ ਵਾਕ ਵੀ, ਤੇ ਮੇਨ ਕਲੌਜ਼ ਹੁੰਦੀ ਹੈਗੀ ਮੁੱਖ ਉਪਵਾਕ। ਇਹ ਵਾਕ ਦੇ ਹਿੱਸੇ ਨੇ ਉਪਵਾਕ, ਅਧੀਨ ਉਪਵਾਕ ਤੇ ਮੁੱਖ ਉਪਵਾਕ। ਜ਼ਿਆਦਾ ਇਹਦੀ ਡਿਟੇਲ ਦੇ ਵਿੱਚ ਆਪਾਂ ਇਸ ਲੈਸਨ ਦੇ ਵਿੱਚ ਨਹੀਂ ਜਾਵਾਂਗੇ, ਬਟ ਫਿਰ ਵੀ ਸਬਆਰਡੀਨੇਟ ਕੰਜੰਕਸ਼ਨ ਜਿਹੜੀ ਹੈ, ਸਬਆਰਡੀਨੇਟ ਕੰਜੰਕਸ਼ਨਸ ਉਹ ਨੇਗੀਆਂ that join a subordinate clause to a main clause। subordinate clause ਨੂੰ ਇਹ ਜੁਆਇਨ ਕਰਦੀ ਹੈ, ਇਹਨੇ ਤਾਂ ਜੁਆਇਨ ਹੀ ਕਰਨਾ ਹੈਗਾ, ਰਾਈਟ। ਕਿਹਦੇ ਨਾਲ ਜੁਆਇਨ ਕਰਨਾ ਹੈਗਾ? ਮੇਨ ਕਲੌਜ਼ ਦੇ ਨਾਲ, ਜਾਂ ਜਿਹਨੂੰ ਅਸੀਂ ਪ੍ਰਿੰਸੀਪਲ ਕਲੌਜ਼ ਵੀ ਕਹਿ ਦਿੰਦੇ ਹਾਂ ਕਿ ਪ੍ਰਿੰਸੀਪਲ ਮੀਨਸ ਮੇਨ ਕਲੌਜ਼ ਨੂੰ ਹੀ ਪ੍ਰਿੰਸੀਪਲ ਕਲੌਜ਼ ਕਿਹਾ ਜਾਂਦਾ। ਦਿਸ ਇਜ਼ ਦ ਅਦਰ ਨੇਮ ਫॉर ਮੇਨ ਕਲੌਜ਼। ਸੋ ਸਬਆਰਡੀਨੇਟ ਕੰਜੰਕਸ਼ਨ ਇਜ਼ ਅ ਕੰਜੰਕਸ਼ਨ that joins a subordinate clause to a main clause। ਹੁਣ ਇਹਦੇ ਲਈ ਆਪਾਂ ਜਾਵਾਂਗੇ ਕਿ ਸਬਆਰਡੀਨੇਟ ਕਲੌਜ਼ ਕੰਜੰਕਸ਼ਨਸ ਕਿਹੜੀਆਂ ਨੇ। ਸਬਆਰਡੀਨੇਟ ਕੰਜੰਕਸ਼ਨ ਆਫ ਟਾਈਮ ਦੀ ਕੰਜੰਕਸ਼ਨ। ਹੁਣ ਇਹ ਕਿਹੜੀਆਂ ਨੇ? ਬਿਫੋਰ, ਆਫਟਰ, ਸਿੰਸ, ਟਿਲ। ਦੇਖੋ ਆਪਾਂ ਕਹਿੰਦੇ ਆਂਗੇ ਲੁੱਕ ਬਿਫੋਰ ਯੂ ਲੀਵ, ਥਿੰਕ ਬਿਫੋਰ ਯੂ ਸਪੀਕ, ਇੱਦਾਂ ਕਹਿ ਲਈਏ। ਤਾਂ ਇੱਥੇ ਲੁੱਕ ਕੀ ਹੈਗੀ? ਮੇਨ ਕਲੌਜ਼, ਤੇ ਬਿਫੋਰ ਯੂ ਲੀਵ ਕੀ ਹੈ? subordinate clause।
ਤਾਂ subordinate clause ਅਸਲ ਦੇ ਵਿੱਚ ਹੁੰਦੀ ਕੀ ਹੈਗੀ? the clause, ਉਹ ਵਾਲੀ clause, ਉਹ clause ਹੈ ਇਹ that gives an answer, gives an answer to the main clause. ਹੁਣ ਮੇਨ ਕਲੌਜ਼ ਕੀ ਹੈ? ਲੁੱਕ, ਦੇਖੋ। ਹੁਣ ਇੱਥੇ ਕੁਐਸਚਨ ਕਈ ਅਰਾਈਜ਼ ਹੋਣਗੇ, ਕੀ ਦੇਖੋ, ਕੀ ਦੇਖਣਾ ਹੈਗਾ, ਦੱਸੋ ਕੀ ਦੇਖੀਏ ਆਪਾਂ, ਜਾਂ ਕਦੋਂ ਦੇਖੋ, ਜਾਂ ਕਿਵੇਂ ਦੇਖੋ। ਮਤਲਬ ਕੀ ਹੈਗਾ ਕਿ ਅਗਲਾ ਜਿਹੜਾ ਪੋਰਸ਼ਨ ਹੈ ਇਟ ਵਿਲ ਰਿਪਲਾਈ what to look, when to look, why to look, how to look। ਤਾਂ ਕੋਈ ਵੀ ਪਿੱਛੇ ਆਪਣੇ ਕੋਲੇ ਕੁਐਸਚਨ ਹੋ ਸਕਦਾ ਹੈ। ਹੁਣ ਇਹ ਆਪਾਂ ਦੇਖਣਾ ਹੈਗਾ ਕਿ ਅਗਲਾ ਜਿਹੜਾ ਹੈ ਲੁੱਕ, ਦੇਖੋ, ਬਿਫੋਰ ਯੂ ਲੀਵ, ਅਗਲਾ ਕਦਮ ਪੱਟਣ ਤੋਂ ਪਹਿਲਾਂ ਦੇਖੋ। ਤਾਂ ਇਹਦਾ ਮਤਲਬ ਕੀ ਹੋ ਗਿਆ? ਕਦੋਂ ਦੇਖੋ। ਤਾਂ ਆਪਾਂ ਲਾਈ ਟਾਈਮ ਦੀ ਕੰਜੰਕਸ਼ਨ। ਹੋਪ ਇਹ ਕਲੀਅਰ ਹੈ, ਕਿਉਂਕਿ ਗੱਲ ਇਹ ਹੈ ਕਿ ਸਬਆਰਡੀਨੇਟ ਕਲੌਜ਼ਸ ਜਦੋਂ ਤੁਹਾਨੂੰ ਕਲੀਅਰ ਨਹੀਂ ਗਈਆਂ ਤਾਂ ਇੱਕ ਛੋਟੇ ਜਿਹੇ ਉਸ ਦੇ ਵਿੱਚ ਦੱਸ ਰਹੀ ਹਾਂ ਕਿ ਸਬਆਰਡੀਨੇਟ ਕਲੌਜ਼ ਜਿਹੜੀ ਹੈ, subordinate clause always answers, it always gives an answer, or simply to say it always completes the main clause। main clause ਆਪਣੇ ਆਪ ਦੇ ਵਿੱਚ complete ਹੈ। ਦੇਖੋ ਇੱਕ ਬਿਲਕੁਲ ਸਿੰਪਲ ਸੈਂਟੈਂਸ ਆਪਾਂ ਕਹਿੰਦੇ ਹਾਂ ਕਿ ਠੀਕ ਹੈ, I was absent, ਮੈਂ absent ਸੀ, okay, it is fine, clear ਹੈ, I was absent because I had fever। ਹੁਣ ਇੱਥੇ ਕੀ ਹੈਗਾ? ਕਿਉਂਕਿ ਮੈਨੂੰ ਫੀਵਰ ਸੀ, because I had fever। ਕੰਜੰਕਸ਼ਨ ਜਿਹੜੀ ਹੈ ਉਹ ਹਮੇਸ਼ਾ ਹੀ ਅਸੀਂ ਅਗਲੀ ਕਲੌਜ਼ ਦੇ ਨਾਲ ਸਬਆਰਡੀਨੇਟ ਦੇ ਨਾਲ ਜੋੜ ਕੇ ਹੀ ਉਹਨੂੰ ਪੜ੍ਹਨਾ ਹੈ, ਰਾਈਟ। I was absent, ਮੈਂ ਐਬਸੈਂਟ ਸੀ, ਤਾਂ ਕੁਐਸਚਨ ਰੇਜ਼ ਹੋਇਆ why were you absent? Because I had fever। ਤਾਂ because I had fever is an answer to the main clause। ਇਹੀ ਪਹਿਚਾਣ ਹੈ ਸਬਆਰਡੀਨੇਟ ਕਲੌਜ਼ ਦੀ। ਪਹਿਚਾਣ ਹੀ ਇਹ ਹੈ ਕਿ ਇਸ ਕਲੌਜ਼ ਦੇ ਵਿੱਚ ਹਮੇਸ਼ਾ ਇੱਕ ਆਨਸਰ ਹੁੰਦਾ ਹੈਗਾ ਜਾਂ ਇਹਦੀ ਕੰਪਲੀਸ਼ਨ ਹੁੰਦੀ ਹੈ। ਆਪਣੇ ਆਪ ਦੇ ਵਿੱਚ ਸਬਆਰਡੀਨੇਟ ਕਲੌਜ਼ ਦਾ ਕੋਈ ਮੀਨਿੰਗ ਨਹੀਂ। ਇਹਦਾ ਮੀਨਿੰਗ ਉਦੋਂ ਕਲੀਅਰ ਹੋਏਗਾ ਜਦੋਂ ਅਸੀਂ ਇਹਨੂੰ ਮੇਨ ਕਲੌਜ਼ ਦੇ ਨਾਲ ਜੋੜ ਕੇ ਪੜਾਂਗੇ। ਬਿਕੋਜ਼ ਆਈ ਹੈਡ ਫੀਵਰ, ਤਾਂ ਇਹਦਾ ਕੋਈ ਅਰਥ ਨਹੀਂ ਹੈਗਾ, ਰਾਈਟ। ਪਰ ਜਦੋਂ ਅਸੀਂ ਇਹ ਪੜ੍ਹਿਆ ਨਾ ਆਈ ਵਾਜ਼ ਐਬਸੈਂਟ ਬਿਕੋਜ਼ ਆਈ ਹੈਡ ਫੀਵਰ, ਤਾਂ ਜਿਹੜਾ ਬਿਕੋਜ਼ ਆਈ ਹੈਡ ਫੀਵਰ ਹੈ ਉਹ ਕਲੀਅਰ ਹੋ ਗਿਆ, ਹਾਂ ਭਾਈ ਮੈਂ ਗੈਰ ਹਾਜ਼ਰ ਸੀ ਕਿਉਂਕਿ ਮੈਨੂੰ ਫੀਵਰ ਸੀ। ਤਾਂ ਸਬਆਰਡੀਨੇਟ ਕਲੌਜ਼ ਦਾ ਇੰਨਾ ਹੀ ਯਾਦ ਰੱਖਣਾ ਹੈਗਾ ਫਿਲਹਾਲ ਕਿ ਸਬਆਰਡੀਨੇਟ ਕਲੌਜ਼ ਉਹ ਹੁੰਦੀ ਹੈਗੀ ਦੈਟ ਗਿਵਸ, ਉਹਦੇ ਵਿੱਚ ਇੱਕ ਆਨਸਰ ਛੁਪਿਆ ਹੋਇਆ ਹੁੰਦਾ ਹੈਗਾ ਔਰ ਉਹ ਆਨਸਰ ਹੁੰਦਾ ਹੈ ਹਮੇਸ਼ਾ ਮੇਨ ਕਲੌਜ਼ ਦਾ, ਅਦਰਵਾਈਜ਼ ਉਹਦੀ ਕੋਈ ਵੈਲਿਊ ਨਹੀਂ ਹੈ। ਦੈਟਸ ਵਾਈ ਇਟ ਇਜ਼ ਕਾਲਡ ਸਬਆਰਡੀਨੇਟ ਕਲੌਜ਼। ਵੈਲਿਊ ਉਦੋਂ ਹੈ ਜਦੋਂ ਅਸੀਂ ਇਹਨੂੰ ਮੇਨ ਕਲੌਜ਼ ਦੇ ਨਾਲ ਜੋੜ ਕੇ ਪੜ੍ਹਨਾ ਹੈਗਾ। ਸੋ ਆਪਾਂ ਕੀਤਾ ਸਬਆਰਡੀਨੇਟ ਕਲੌਜ਼ ਆਫ ਟਾਈਮ। ਤਾਂ ਮਤਲਬ ਕੀ ਹੈਗਾ? ਜਿਹੜੀ ਸਬਆਰਡੀਨੇਟ ਕੰਜੰਕਸ਼ਨ ਆਫ ਟਾਈਮ, ਜਿਹੜੀ ਕੰਜੰਕਸ਼ਨ ਦੇ ਵਿੱਚ ਬਿਫੋਰ, ਆਫਟਰ, ਸਿੰਸ, ਟਿਲ, ਆਪਾਂ ਕਹਿੰਦੇ ਵੇਟ, ਇੰਤਜ਼ਾਰ ਕਰੋ, ਟਿਲ ਆਈ ਕਮ, ਕਦੋਂ ਤੱਕ, ਸਮਾਂ ਆ ਗਿਆ ਨਾ, ਠੀਕ ਹੈ। ਮੈਨੀ ਥਿੰਗਸ have changed since you left। ਤੁਹਾਡੇ ਜਾਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ ਤੁਹਾਡੇ ਜਾਣ ਤੋਂ ਬਾਅਦ, ਤਾਂ ਆਹ ਸਬਆਰਡੀਨੇਟ ਕਲੌਜ਼ ਹੈ ਤੇ ਇਹ ਹੈ ਸਬਆਰਡੀਨੇਟ ਕੰਜੰਕਸ਼ਨ, ਠੀਕ ਹੈ। ਇਸੇ ਤਰੀਕੇ ਨਾਲ ਆਫਟਰ ਹੈਗਾ, ਰਾਈਟ, ਬਿਫੋਰ, ਆਫਟਰ, ਸਿੰਸ ਐਂਡ ਟਿਲ। ਨੈਕਸਟ ਆਉਂਦੀ ਹੈਗੀ subordinate conjunction of reason, cause। ਤਾਂ ਉਹਦੇ ਵਿੱਚ ਮੇਨ ਹੈ because, as, for। ਇਹ ਜਿਹੜੇ ਵਰਡਸ ਨੇਗੇ ਯੂਜ਼ ਹੁੰਦੇ ਨੇਗੇ when we are talking about since we have it। since is also used as a conjunction, right। ਜਿੱਦਾਂ I was absent, ਇਹ ਆਪਾਂ ਕਰ ਚੁੱਕੇ, ਮੈਂ ਐਬਸੈਂਟ ਸੀ because I had fever, clear।
as you are my friend, I'll help you. ਤਾਂ I will help you ਕੀ ਹੈਗਾ, ਮੇਨ ਕਲੌਜ਼ ਹੈ, ਮੈਂ ਤੁਹਾਡੀ ਹੈਲਪ ਕਰਾਂਗਾ, ਓਕੇ ਫਾਈਨ, ਕਲੀਅਰ ਹੈ ਸੈਂਟੈਂਸ। ਬਟ ਕਿਉਂਕਿ ਤੁਸੀਂ ਮੇਰੇ ਦੋਸਤ ਹੋ, ਇਹ ਕਲੀਅਰ ਉਦੋਂ ਹੀ ਹੋਣਾ ਜਦੋਂ ਅਸੀਂ ਇਹਨੂੰ ਮੇਨ ਕਲੌਜ਼ ਦੇ ਨਾਲ ਜੋੜ ਲਿਆ। ਇਸੇ ਤਰੀਕੇ ਨਾਲ ਆਪਾਂ ਸਿੰਸ ਤੋਂ ਸੈਂਟੈਂਸ ਬਣਾ ਲੈਂਦੇ ਹਾਂਗੇ, ਠੀਕ ਹੈ। ਨੈਕਸਟ ਸਬਆਰਡੀਨੇਟ ਕੰਜੰਕਸ਼ਨ ਹੈ ਪਰਪਸ, ਜਿਹਦੇ ਵਿੱਚ ਸਾਡੇ ਕੋਲ ਆਉਂਦਾ ਵਰਡ ਸੋ ਦੈਟ, ਰਾਈਟ। ਵੀ ਈਟ, ਅਸੀਂ ਖਾਂਦੇ ਹਾਂ, ਸੋ ਦੈਟ ਵੀ ਲਿਵ, ਤਾਂ ਕਿ ਅਸੀਂ ਜਿੰਦਾ ਰਹੀਏ। ਕਲੀਅਰ। ਨੈਕਸਟ ਇਹਦੇ ਵਿੱਚ ਇੱਕ ਹੋਰ ਵਰਡ ਵੀ ਆ ਜਾਂਦਾ, ਲੈਸਟ। ਵਾਕ ਫਾਸਟ, ਤੇਜ਼ ਤੁਰੋ, ਲੈਸਟ ਯੂ should miss the train. Lest ਹੁੰਦਾ ਹੈਗਾ ਕਿਤੇ ਕਿਤੇ ਐਦਾਂ ਨਾ ਹੋ ਜਾਵੇ, so that ਹੁੰਦਾ ਹੈਗਾ ਤਾਂ ਕਿ, ਠੀਕ ਹੈ। ਦੋਵਾਂ ਦੇ ਵਿੱਚ ਹੀ ਰਿਜ਼ਲਟਸ ਆਉਂਦੇ ਹੈ। ਨੈਕਸਟ ਜਿਹੜੀ ਹੈ ਸਬਆਰਡੀਨੇਟ ਕੰਜੰਕਸ਼ਨ ਹੈ ਆਫ ਰਿਜ਼ਲਟ। ਇਹਦੇ ਵਿੱਚ ਵੀ ਸੋ ਤੇ ਦੈਟ ਆਏਗਾ, ਬਟ ਉਹ ਅਲੱਗ-ਅਲੱਗ ਆਏਗਾ, right? He is so clever that you can't cheat upon him. ਉਹ ਇੰਨਾ ਕਲੇਵਰ ਹੈ, ਕਿੰਨਾ ਕਿ ਤੁਸੀਂ ਉਹਨੂੰ ਚੀਟ ਨਹੀਂ ਕਰ ਸਕਦੇ। ਫਿਰ ਹੈ ਸਬਆਰਡੀਨੇਟ ਕੰਜੰਕਸ਼ਨ ਆਫ ਕੰਡੀਸ਼ਨ। if, ਇਹਦੇ ਵਿੱਚ ਆਏਗਾ if, ਜਿੱਦਾਂ I will sing if you dance, ਕੰਡੀਸ਼ਨ ਲੱਗੀ, ਜੇ ਤੁਸੀਂ ਨੱਚੋਗੇ I will sing। ਦੂਸਰਾ ਇਹਦੇ ਵਿੱਚ ਆਏਗਾ unless, ਇਹ ਨੈਗੇਟਿਵ ਦੇ ਲਈ ਆਉਂਦਾ ਹੈਗਾ, I will not sing unless you dance। ਮਤਲਬ ਕੀ ਹੈਗਾ ਕਿ ਮੈਂ ਨਹੀਂ ਗਾਵਾਂਗਾ ਜੇਕਰ ਤੁਸੀਂ ਨੱਚੋਗੇ ਨਹੀਂ, unless is itself a negative word। ਨੈਕਸਟ ਸਬਆਰਡੀਨੇਟ ਕੰਜੰਕਸ਼ਨ ਆ ਜਾਂਦੀ ਹੈ ਕਿ ਕੰਜੰਕਸ਼ਨ ਆਫ ਕੰਸੈਸ਼ਨ ਕਹਿੰਦੇ ਆ ਇਹਨੂੰ ਅਸੀਂ, ਸਬਆਰਡੀਨੇਟ ਕੰਜੰਕਸ਼ਨ ਆਫ ਕੰਸੈਸ਼ਨ। although I was lost, I didn't ask for directions। ਭਾਵੇਂ ਮੈਂ ਖੋ ਚੁੱਕਿਆ ਸੀ, ਪਰ ਮੈਂ ਕਿਸੇ ਤੋਂ ਵੀ ਰਸਤਾ ਨਹੀਂ ਪੁੱਛਿਆ। though he is, although and though he is poor, yet he is honest। ਭਾਵੇਂ ਉਹ ਏਦਾਂ ਹੈ, ਬਟ ਉਹ ਏਦਾਂ, ਰਾਈਟ। ਇਹਦੇ ਵਿੱਚ ਬੇਸਿਕਲੀ ਜਿਹੜੀਆਂ ਨੇ ਕੰਟਰਰੀ ਟਰਮਸ ਜਿਹੜੀਆਂ ਨੇਗੀਆਂ, ਉਹਨਾਂ ਨੂੰ ਅਸੀਂ ਜੋੜਦੇ ਹਾਂਗੇ, ਠੀਕ ਹੈ। although there is nothing worth to read, but a book is a book, right? ਫਿਰ ਹੈ subordinate conjunction ਜਿਹੜੀ ਹੈ of comparison। ਇਹਦੇ ਵਿੱਚ then ਆਏਗਾ, I am taller than you, ਠੀਕ ਹੈ। ਤਾਂ then ਕੀ ਹੈਗਾ, ਕੰਪੈਰੀਜ਼ਨ ਕਰ ਰਹੇ ਹਾਂ, then is a subordinate conjunction of comparison। ਹੋਪ ਤੁਹਾਨੂੰ ਇੱਥੇ ਤੱਕ ਗੱਲ ਸਮਝ ਆਈ ਹੋਏਗੀ। ਦੇਖੋ again I repeat, subordinate conjunctions ਕਾਹਦੀਆਂ, time, reason, ਕਿਸੇ ਚੀਜ਼ ਦਾ ਆਪਾਂ reason ਦੱਸ ਰਹੇ ਹਾਂਗੇ, purpose, result, condition, concession and comparison। टाइम देखी है, बिफोर, आफ्टर, सिंस, टिल।
ਰੀਜ਼ਨ ਦੇ ਲਈ ਸੀ ਬਿਕੋਜ਼, ਐਜ਼, ਸਿੰਸ। ਪਰਪਸ ਦੇ ਲਈ ਹੈ ਸੋ ਦੈਟ ਔਰ ਲੈਸਟ। ਰਿਜ਼ਲਟ ਸੋ ਦੈਟ। ਕੰਡੀਸ਼ਨ ਦੇ ਵਿੱਚ ਇਫ, ਕੰਸੈਸ਼ਨ ਦੇ ਵਿੱਚ ਦੋ, although। ਔਰ ਇਹਦੇ ਨਾਲ ਪੇਅਰ ਬਣ ਜਾਂਦਾ ਹੈਗਾ yet ਔਰ but ਦਾ। ਕੰਪੈਰੀਜ਼ਨ ਦੀ ਹੈ ਦੈਨ। ਹੁਣ ਇੱਕ ਲਾਸਟ ਇੱਥੇ ਹੋਰ ਟਿਪ ਹੈ ਕਿ ਕੁਝ ਵਰਡਸ ਨੇਗੇ ਜਿੱਦਾਂ ਸਿੰਸ ਹੈ, ਟਿਲ ਹੈ, ਰਾਈਟ, ਈਵਨ ਕਿ ਬਿਫੋਰ, ਆਫਟਰ, ਦੇ ਆਰ ਯੂਜ਼ਡ ਐਜ਼ ਪ੍ਰੈਪੋਜੀਸ਼ਨਸ ਆਲਸੋ। ਇਹਨਾਂ ਨੂੰ ਅਸੀਂ ਐਜ਼ ਪ੍ਰੈਪੋਜੀਸ਼ਨ ਵੀ ਯੂਜ਼ ਕਰਦੇ ਹਾਂ। ਹੁਣ ਕਿੱਥੇ ਉਹ ਐਜ਼ ਪ੍ਰੈਪੋਜੀਸ਼ਨ ਯੂਜ਼ ਹੋ ਰਿਹਾ ਹੈ, ਉਹੀ ਸੇਮ ਵਰਡ ਕਿੱਥੇ ਅਸੀਂ ਐਜ਼ ਕੰਜੰਕਸ਼ਨ ਯੂਜ਼ ਕਰ ਰਹੇ ਹਾਂ। ਠੀਕ ਹੈ, use of the same word as preposition as conjunction, as conjunction। ਹੁਣ ਜੇ ਆਪਾਂ ਕਹਿੰਦੇ ਆਂਗੇ wait till Monday, ਹੁਣ ਇੱਥੇ ਹੀ preposition ਹੈ, ਇੰਤਜ਼ਾਰ ਕਰੋ ਮੰਡੇ ਤੱਕ, ਪਰ ਇੱਥੇ ਕੀ ਹੈਗਾ wait till I come back। Here it is a conjunction क्योंकि ਇਹਦੇ ਪਿੱਛੇ ਕੀ ਆਇਆ, subject ਹੈ, verb ਹੈ। So it is used for a clause, ਇੱਕ subordinate clause ਦੇ ਅੱਗੇ use ਹੋਇਆ, so it is working as a conjunction। ਇਸੇ ਤਰੀਕੇ ਨਾਲ I haven't seen him since last Monday। ਤਾਂ ਇੱਥੇ ਕੀ ਹੈਗਾ, since preposition ਹੈ, ਮੈਂ ਉਹਨੂੰ ਪਿਛਲੇ ਮੰਡੇ ਤੋਂ ਨਹੀਂ ਦੇਖਿਆ। I have not seen him, same ਲਿਖਾਂਗੇ, since I was out of station। ਹੁਣ ਇੱਥੇ ਇਹ ਕੀ ਹੋ ਗਿਆ, ਸਬਜੈਕਟ ਹੋ ਗਿਆ, ਹੈਲਪਿੰਗ ਵਰਬ ਹੋ ਗਿਆ ਜਾਂ ਵਰਬ ਹੋ ਗਿਆ, ਤਾਂ ਇਹ ਕੀ ਹੈਗੀ, ਕਲੌਜ਼। ਤਾਂ ਜੇ ਇਹ ਕਲੌਜ਼ ਦੇ ਅੱਗੇ ਆਇਆ ਤਾਂ ਇਹ its function is as a conjunction। ਇੱਕ ਦੋ ਹੋਰ ਦੇਖ ਲੈਣੇ ਆਂਗੇ ਨੈਕਸਟ। he died ਜਾਂ he laid his life, he laid his life for his country। ਉਹਨੇ ਆਪਣੇ ਦੇਸ਼ ਦੇ ਲਈ ਆਪਣੀ ਜਾਨ ਦੇ ਦਿੱਤੀ। for is preposition here, right? ਹੁਣ ਇਸੇ ਸੈਂਟੈਂਸ ਨੂੰ he laid his life for he loved his country। I hope ਤੁਹਾਨੂੰ ਇੱਥੇ ਤੱਕ ਹੁਣ ਕਲੀਅਰ ਹੋ ਗਿਆ ਹੋਏਗਾ ਕਿ ਜੇ ਸੇਮ ਵਰਡ ਹੈ ਬਟ ਇਹ ਕਿਸੇ ਕਲੌਜ਼ ਦੇ ਲਈ ਯੂਜ਼ ਹੋਇਆ ਹੈਗਾ ਤਾਂ ਇਹ ਸਬਆਰਡੀਨੇਟ ਕੰਜੰਕਸ਼ਨ ਬਣ ਜਾਂਦੀ ਹੈ, ਅਦਰਵਾਈਜ਼ ਇਟ ਇਜ਼ ਅ ਪ੍ਰੈਪੋਜੀਸ਼ਨ। He stood before the painting। ਹੁਣ ਇੱਥੇ ਕੀ ਹੈਗਾ, ਉਹ ਪੇਂਟਿੰਗ ਦੇ ਸਾਹਮਣੇ ਖੜਾ ਸੀਗਾ, ਇੱਥੇ ਇਹ ਪ੍ਰੈਪੋਜੀਸ਼ਨ ਹੈ, ਰਾਈਟ। ਬਟ ਐਜ਼ ਅ ਕੰਜੰਕਸ਼ਨ ਆਪਾਂ ਕੀ ਪਹਿਲਾਂ ਵੀ ਕੀਤਾ ਸੀਗਾ, ਥਿੰਕ, ਸੋਚੋ, ਬਿਫੋਰ ਯੂ ਸਪੀਕ, ਸੋਚੋ। ਤਾਂ ਇੱਥੇ ਬਿਫੋਰ ਕੀ ਹੈਗਾ, ਇਟ ਇਜ਼ ਯੂਜ਼ਡ ਐਜ਼ ਅ ਕੰਜੰਕਸ਼ਨ। ਹੋਪ ਸਟੂਡੈਂਟਸ ਅੱਜ ਦਾ ਲੈਕਚਰ ਤੁਹਾਨੂੰ ਜ਼ਰੂਰ, ਅੱਜ ਦਾ ਲੈਸਨ ਪਸੰਦ ਆਇਆ ਹੋਊਗਾ। ਥੈਂਕਸ ਅ ਲੋਟ, ਸਟੇ ਟਿਊਨਡ, ਵੇਟ ਫॉर द नेक्स्ट lessons।